ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਆਪਾਂ ਜਿਵੇਂ ਕੱਲ੍ਹ ਵੀ ਇਹਦਾ ਕੁਝ ਪਾਰਟ ਕੀਤਾ ਸੀ ਗੁਰੂ ਉਪਦੇਸ਼ ਕਵਿਤਾ ਦਾ, ਲੇਕਿਨ ਮੈਂ ਇੱਕ ਵਾਰ ਫਿਰ ਤੁਹਾਨੂੰ ਦੁਬਾਰਾ ਤੋਂ ਰਿਵਾਈਜ਼ ਕਰਵਾਉਂਦਾ ਹੋਇਆ ਨਾਲ ਇਸ ਕਵਿਤਾ ਨੂੰ ਆਪਾਂ ਕੰਪਲੀਟ ਕਰਦੇ ਹਾਂ। ਅੱਜ ਕੀ ਕਹਿੰਦੇ ਨੇ, ਅੱਜ ਮੈਂ ਥੋੜ੍ਹਾ ਸ਼ਾਰਟ ਰਹਿ ਕੇ ਚੱਲਾਂਗਾ ਜਿੱਥੋਂ ਤੱਕ ਆਪਾਂ ਗੱਲ ਕਰ ਚੁੱਕੇ ਸਾਂ। ਕਵਿਤਾ ਪਵਨ ਹਰਚੰਦਪੁਰੀ ਦੀ ਲਿਖੀ ਹੋਈ ਹੈ। ਤਾਂ ਕੀ ਕਹਿੰਦੇ ਨੇ, ਗੁਰੂ ਉਪਦੇਸ਼ ਯਾਨੀ ਕਿ ਗੁਰੂਆਂ ਨੇ, 10 ਗੁਰੂਆਂ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ ਸਿੱਖੀ ਦਾ। ਜਦੋਂ ਸਿੱਖੀ ਦੀ ਸਿਰਜਣਾ ਹੋਈ ਤਾਂ ਗੁਰੂ ਸਾਹਿਬਾਨ ਨੇ ਜਿਹੜੇ ਜਿਹੜੇ ਉਪਦੇਸ਼ ਦਿੱਤੇ ਕਿ ਮਨੁੱਖ ਨੂੰ ਯਾਨੀ ਕਿ ਇੱਕ ਸਿੱਖ ਨੂੰ ਕਿਹੜੇ ਚੰਗੇ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ, ਉਹਦੇ ਉੱਤੇ ਜ਼ੋਰ ਦਿੱਤਾ ਇਸ ਕਵਿਤਾ ਦੇ ਅੰਦਰ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਕੱਲ ਸਮਝ ਵੀ ਆਈ ਹੋਏਗੀ, ਲੇਕਿਨ ਮੈਂ ਇੱਕ ਵਾਰ ਫਿਰ ਦੁਬਾਰਾ ਤੋਂ ਇਹਦੀ ਰਿਵੀਜ਼ਨ ਕਰਦੇ ਹੋਏ ਚੱਲਦੇ ਹਾਂ। ਕਹਿੰਦੇ ਨੇ, 10ਵੇਂ ਗੁਰੂਆਂ ਸਿੱਖੀ ਦੀ ਜੋਤ ਬਾਲੀ। ਤਾਂ ਪਵਨ ਹਰਚੰਦਪੁਰੀ ਜੀ ਕਹਿੰਦੇ ਹਨ ਕਿ 10 ਗੁਰੂਆਂ ਨੇ ਹੀ ਸਿੱਖੀ ਦੀ ਜਿਹੜੀ ਹੈ ਜੋਤ ਉਸ ਨੂੰ ਜਗਾਇਆ ਹੈ। ਰੋਸ਼ਨ ਸ਼ਮਾ ਇਹ ਰਹੂਗੀ ਜੱਗ ਅੰਦਰ। ਤੇ ਕੀ ਕਹਿੰਦੇ ਨੇ ਕਿ ਇਹ ਜਿਹੜੀ ਜੋਤ ਹੈ ਹਮੇਸ਼ਾ ਲਈ ਇਸ ਸੰਸਾਰ ਦੇ ਅੰਦਰ ਜਗਦੀ ਰਹੇਗੀ। ਨੂਰੀ ਬਾਲੂ ਚਿਰਾਗ ਇਹ ਸੋਚ ਅੰਦਰ। ਨੂਰੀ ਦਾ ਮਤਲਬ ਹੁੰਦਾ ਪ੍ਰਕਾਸ਼। ਕੀ ਕਹਿੰਦਾ ਕਿ ਇਹ ਲੋਕਾਂ ਦੀ ਆਤਮਾ ਦੇ ਅੰਦਰ, ਭਾਵ ਕਿ ਮਨ ਦੇ ਅੰਦਰ ਚੰਗੀ ਸੋਚ ਦੇ ਚਿਰਾਗ ਜਿਹੜੇ ਨੇ ਯਾਨੀ ਕਿ ਸ਼ਮਾ ਜਿਹੜੀ ਹੈ ਉਹ ਜਗਾਈ ਰੱਖੇਗੀ। ਕੌਣ ਜਗਾਈ ਰੱਖੇਗੀ? ਸਿੱਖੀ ਜਿਹੜੀ ਹੈ ਉਹ ਕੀ ਕਰੇਗੀ? ਲੋਕਾਂ ਦੇ ਮਨਾਂ ਦੇ ਅੰਦਰ ਚੰਗੀ ਸੋਚ ਦਾ ਚਿਰਾਗ, ਭਾਵ ਕਿ ਦੀਵਾ ਜਗਾਈ ਰੱਖੇਗੀ। ਸੂਰਜ ਵਾਂਗ ਲਿਸ਼ਕੇਗੀ ਮਨ ਅੰਦਰ, ਜਿਹਦੇ ਕਾਰਨ ਲੋਕਾਂ ਦੇ ਮਨ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇਗਾ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇਗਾ। ਸੂਰਜ ਵਾਂਗ ਲਿਸ਼ਕੇਗੀ ਮਨ ਅੰਦਰ ਦਾ ਭਾਵ ਕੀ ਹੈ ਕਿ ਚੰਗੇ ਗੁਣਾਂ ਦਾ ਸਿਰਜਣ ਹੋਣਾ, ਭਾਵ ਕਿ ਗਿਆਨ ਦਾ ਪ੍ਰਕਾਸ਼ ਅਤੇ ਅਗਿਆਨਤਾ ਦਾ ਦੂਰ ਹੋ ਜਾਣਾ। ਰਹਿਮ ਕਰਮ ਤੇ ਧਰਮ ਦੀ ਸਾਂਝ ਗੂੜੀ। ਤੇ ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਇੱਥੇ ਪਵਨ ਹਰਚੰਦਪੁਰੀ ਜੀ ਕਹਿੰਦੇ ਹਨ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਰਹਿਮ ਕਰਮ ਤੇ ਧਰਮ ਦੀ ਸਾਂਝ ਗੂੜੀ, ਕਿ ਸਿੱਖ ਧਰਮ ਦੇ ਅੰਦਰ ਇਹੀ ਗੁਣ ਦਿੱਤੇ ਗਏ ਹਨ ਕਿ ਰਹਿਮ ਕਰਨਾ, ਚੰਗੇ ਕਰਮ ਕਰਨਾ ਅਤੇ ਧਰਮ, ਇਹ ਤਿੰਨਾਂ ਦੀ ਗੂੜੀ ਸਾਂਝ ਹੈ। ਭਾਵ ਕਿ ਜਿੱਥੇ ਤਿੰਨੇ ਗੁਣ ਹੋਣਗੇ ਉੱਥੇ ਹੀ ਧਰਮ ਜਿਹੜਾ ਹੈ ਉਹ ਸਹੀ ਪ੍ਰਕਾਰ ਪ੍ਰਫੁੱਲਤ ਹੋ ਸਕੇਗਾ, ਜਾਂ ਉਸ ਨੂੰ ਅਸੀਂ ਧਰਮੀ ਕਹਿ ਸਕਦੇ ਹਾਂ ਜਿਹਦੇ ਵਿੱਚ ਇਹ ਤਿੰਨੇ ਗੁਣ ਹੋਣਗੇ। ਕਦੇ ਤੋੜਨੇ ਨਹੀਂ ਤੁਸੀਂ ਮੂਲ ਸਿੰਘੋ। ਤੇ ਕੀ ਕਹਿੰਦੇ ਆ, ਤੁਸੀਂ ਮੂਲ ਦਾ ਮਤਲਬ ਹੁੰਦਾ ਹੈ ਸੰਪੂਰਨ, ਯਾਨੀ ਕਿ ਪੂਰੀ ਤਰ੍ਹਾਂ। ਭਾਵ ਕਿ ਰਹਿਮ ਕਰਮ ਅਤੇ ਧਰਮ ਦੇ ਉੱਤੇ ਚੱਲਦਿਆਂ ਹੋਇਆਂ ਤੁਸੀਂ ਕਦੇ ਵੀ ਆਪਣੇ ਧਰਮ ਦੇ ਅੰਦਰੋਂ ਇਹਨਾਂ ਤਿੰਨਾਂ ਗੁਣਾਂ ਨੂੰ ਦੂਰ ਨਹੀਂ ਕਰਨਾ। ਸਾੜ ਦੇਵੇ ਇਹ ਅੱਗ ਘਰ ਆਪਣੇ ਵੀ। ਤੇ ਕੀ ਕਹਿੰਦੇ ਕਿ ਜੇ ਤੁਸੀਂ ਰਹਿਮ ਕਰਨਾ ਬੰਦ ਕਰ ਦਿੱਤਾ, ਭਾਵ ਕਿ ਜ਼ੁਲਮ ਕੀਤਾ, ਬੁਰੇ ਕੰਮ ਕੀਤੇ, ਤੇ ਇਹ ਕੀ ਕਰਦੀ ਹੈ, ਇਹ ਜਿਹੜੇ ਅੱਗ ਹੈ ਇੱਕ ਪ੍ਰਕਾਰ ਦੀ, ਜਿਹੜੀ ਕੀ ਕਰਦੀ ਹੈ ਆਪਣੇ ਘਰਾਂ ਨੂੰ ਵੀ ਸਾੜ ਦਿੰਦੀ ਹੈ। ਦੇਣੀ ਅੱਗ ਨੂੰ ਕਦੇ ਨਾ ਤੁਸੀਂ ਤੂਲ ਸਿੰਘੋ। ਤੇ ਕੀ ਕਹਿੰਦੇ ਨੇ ਕਿ ਇਹੋ ਜਿਹੀ ਭੈੜੀ ਆਦਤ ਨੂੰ ਕਦੇ ਵੀ ਤੁਸੀਂ ਬਲ ਨਹੀਂ ਦੇਣਾ, ਭਾਵ ਕਿ ਤੁਸੀਂ ਤੁੱਲ ਨਹੀਂ ਦੇਣੀ। ਗਰਮੀ ਸੋਚ ਤੇ ਭਾਰੂ ਨਾ ਹੋਣ ਦੇਣੀ। ਤੇ ਕੀ ਕਹਿੰਦੇ ਕਿ ਗੁੱਸੇ ਵਾਲੀ ਜਿਹੜੀ ਗਰਮੀ ਹੈ, ਭਾਵ ਕਿ ਜਿਹੜਾ ਗੁੱਸਾ ਹੈ ਉਸ ਨੂੰ ਆਪਣੀ ਸੋਚ ਦੇ ਉੱਤੇ ਕਦੇ ਵੀ ਭਾਰੂ ਨਹੀਂ ਹੋਣ ਦੇਣਾ। ਤਾਈਓ ਰਹੂਗੀ ਹੋਸ਼ ਵਿੱਚ ਸੋਚ ਸਿੰਘੋ। ਤੇ ਗੁਰੂ ਜੀ ਕੀ ਕਹਿੰਦੇ ਨੇ, ਕਹਿੰਦੇ ਹਨ ਕਿ ਤਾਂ ਹੀ ਤੁਹਾਡੀ ਜਿਹੜੀ ਹੋਸ਼ ਹੈ ਉਹ ਟਿਕਾਣੇ ਰਹਿ ਸਕੇਗੀ, ਭਾਵ ਤੁਸੀਂ ਚੰਗੇ ਤਰੀਕੇ ਨਾਲ ਸੋਚ ਸਕੋਗੇ ਜੇ ਤੁਹਾਡੇ ਦਿਮਾਗ ਦੇ ਉੱਤੇ ਜਿਹੜਾ ਗੁੱਸਾ ਹੈ ਉਹ ਹਾਵੀ ਨਹੀਂ ਹੁੰਦਾ। ਗਰਮੀ ਆਵੇ ਜੇ ਸੋਚ ਨੂੰ ਲੂਣ ਵਾਲੀ। ਤੇ ਕੀ ਕਹਿੰਦੇ ਨੇ ਕਿ ਜੇ ਤੁਹਾਡੇ ਮਨ ਦੇ ਅੰਦਰ ਸੋਚ ਨੂੰ ਲੂਣ ਵਾਲੀ ਗਰਮੀ ਆ ਜਾਵੇ, ਭਾਵ ਕਿ ਗੁੱਸਾ ਆ ਜਾਵੇ ਜਿਹੜਾ ਤੁਹਾਡੇ ਸੋਚ ਨੂੰ ਖਤਮ ਕਰ ਦੇਵੇ, ਐਸੀ ਗਰਮੀ ਨੂੰ ਲਓ ਤੁਸੀਂ ਬੋਝ ਸਿੰਘੋ। ਤੇ ਤੁਸੀਂ ਐਸੀ ਗਰਮੀ ਨੂੰ ਆਪਣੇ ਵਸ ਕਰ ਲਵੋ, ਭਾਵ ਕਿ ਉਸ ਨੂੰ ਰੋਕ ਲਵੋ। ਅੱਗੇ ਕੀ ਕਹਿੰਦੇ ਨੇ, ਆਪਣੀ ਕਿਰਤ ਚੋਂ ਕੱਢ ਦਸਵਾਂ। ਤੇ ਕਿਰਤੀ ਬੰਦੇ ਨੂੰ, ਭਾਵ ਕਿ ਸਿੱਖ ਨੂੰ ਇੱਥੇ ਹੁਕਮ ਕੀਤਾ ਗਿਆ ਹੈ ਗੁਰੂ ਸਾਹਿਬ ਵੱਲੋਂ ਕਿ ਆਪਣੀ ਕਿਰਤ ਦੇ ਅੰਦਰੋਂ ਜਿਹੜੇ ਵੀ ਤੁਸੀਂ ਕਿਰਤ ਕਰ ਰਹੇ ਹੋ ਉਹਦੇ ਵਿੱਚੋਂ 10ਵਾਂ ਭਾਗ ਕੱਢ ਕੇ ਲੋੜਵੰਦਾਂ ਦੇ ਲੇਖੇ ਹੈ ਲਾ ਦੇਣਾ। ਭਾਵ ਕਿ ਉਹ ਲੋੜਵੰਦਾਂ ਦੇ ਲੇਖੇ ਲਾ ਦੇਣਾ ਹੈ, ਜਿਨ੍ਹਾਂ ਨੂੰ ਜ਼ਰੂਰਤਮੰਦ ਜਿਹੜੇ ਲੋਕ ਨੇ ਉਹਨਾਂ ਲਈ ਉਸ ਨੂੰ ਖਰਚ ਕਰਨਾ ਹੈ। ਭੁੱਖ ਕੋਈ ਦੁਆਰੇ ਆ ਟੁੱਕ ਮੰਗੇ। ਤੇ ਕੀ ਕਹਿੰਦਾ ਕਿ ਜੇ ਕੋਈ ਭੁੱਖਾ ਹੈ ਅਤੇ ਉਹ ਤੁਹਾਡੇ ਦਰਵਾਜ਼ੇ ਦੇ ਉੱਤੇ ਆ ਕੇ ਰੋਟੀ ਮੰਗਦਾ ਹੈ,
ਭੋਜਨ ਉਸ ਤਾਈਂ ਤੁਸੀਂ ਛਕਾ ਦੇਣਾ, ਤੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਸ ਨੂੰ ਭੋਜਨ ਛਕਾ ਕੇ ਹੀ ਭੇਜੋ। ਉੱਚਾ ਨੀਵਾਂ ਨਾ ਕੋਈ ਵੀ ਜੱਗ ਅੰਦਰ, ਇੱਕੋ ਨੂਰ ਇਲਾਹੀ ਦੇ ਸਭ ਬੰਦੇ। ਤੇ ਗੁਰੂ ਸਾਹਿਬ ਕੀ ਕਹਿੰਦੇ ਹਨ ਕਿ ਸੰਸਾਰ ਦੇ ਅੰਦਰ ਕੋਈ ਵੀ ਛੋਟਾ ਵੱਡਾ ਨਹੀਂ ਹੈ, ਕੋਈ ਵੀ ਅਮੀਰ ਗਰੀਬ ਨਹੀਂ ਹੈ, ਕੋਈ ਵੀ ਉੱਚੀ ਜਾਂ ਨੀਵੀਂ ਜਾਤ ਦਾ ਨਹੀਂ ਹੈ, ਇੱਕੋ ਨੂਰ ਇਲਾਹੀ ਦੇ ਨੇ ਸਭ ਬੰਦੇ। ਤੇ ਕੀ ਕਹਿੰਦੇ ਨੇ ਕਿ ਇੱਕੋ ਨੂਰ ਇਲਾਹੀ ਦੇ, ਭਾਵ ਕਿ ਨੂਰ ਇਲਾਹੀ ਕੌਣ ਹੈ? ਉਹ ਪਰਮੇਸ਼ਵਰ ਪਰਮਾਤਮਾ, ਭਾਵ ਕਿ ਸਾਰੇ ਬੰਦੇ ਉਸੇ ਹੀ ਪਰਮਾਤਮਾ ਦੇ ਬਣਾਏ ਹੋਏ ਹਨ। ਬੰਦੇ ਰੱਬ ਦੇ ਸਮਝ ਕੇ ਪਿਆਰ ਕਰਨਾ, ਤੇ ਕੀ ਕਹਿੰਦੇ ਨੇ ਕਿ ਉਸੇ ਪਰਮੇਸ਼ਵਰ ਦੇ ਬੰਦੇ ਸਮਝ ਕੇ ਹੀ ਤੁਸੀਂ ਇਹਨਾਂ ਨੂੰ ਪਿਆਰ ਕਰਨਾ ਹੈ। ਨਾ ਬੋਲ ਬੋਲਣੇ ਕਿਸੇ ਨੂੰ ਵੀ ਮੰਦੇ, ਤੇ ਕਿਸੇ ਨੂੰ ਕਦੇ ਵੀ ਮੰਦੇ ਭਾਵ ਕਿ ਬੁਰੇ ਬੋਲ ਜਿਹੜੇ ਨੇ ਉਹ ਨਹੀਂ ਬੋਲਣੇ, ਮਾੜੇ ਸ਼ਬਦ ਨਹੀਂ ਕਹਿਣੇ। ਗਊ ਗਰੀਬ ਤੇ ਔਰਤ ਦੀ ਕਰੋ ਰਾਖੀ, ਤੇ ਕੀ ਕਹਿੰਦੇ ਨੇ ਗਊ ਗਰੀਬ ਅਤੇ ਔਰਤ ਦੀ ਹਮੇਸ਼ਾ ਤੁਸੀਂ ਰੱਖਿਆ ਕਰਨੀ ਹੈ। ਜ਼ਬਰ ਜ਼ੁਲਮ ਦੇ ਕਦੀ ਨਹੀਂ ਰਾਹ ਪੈਣਾ, ਤੇ ਕੀ ਕਹਿੰਦਾ ਹੈ ਕਿ ਇਹਨਾਂ ਦੇ ਉੱਤੇ ਕਦੇ ਵੀ ਤੁਸੀਂ ਜ਼ੁਲਮ ਜਾਂ ਜ਼ਬਰ ਨਹੀਂ ਕਰਨਾ ਹੈ, ਜ਼ੋਰ ਜ਼ਬਰਦਸਤੀ ਜਾਂ ਇਹਨਾਂ ਦੇ ਉੱਤੇ ਜ਼ੁਲਮ ਜਿਹੜਾ ਹੈ ਉਹ ਤੁਸੀਂ ਨਹੀਂ ਕਰਨਾ, ਭਾਵ ਕਿ ਇਹੋ ਜਿਹੇ ਰਸਤੇ ਦੇ ਉੱਤੇ ਨਹੀਂ ਪੈਣਾ। ਲਾਲਚ ਵਿੱਚ ਆ ਧੀਆਂ ਵੇਚਣਾ, ਨਾ ਮੂੰਹੋਂ ਮੰਗ ਕੇ ਕਦੇ ਨਾ ਦਾਜ ਲੈਣਾ, ਤੇ ਨਾ ਤਾਂ ਤੁਸੀਂ ਲਾਲਚ ਵਸ ਆ ਕੇ ਕਦੇ ਵੀ ਆਪਣੀਆਂ ਧੀਆਂ ਦਾ ਸੌਦਾ ਕਰਨਾ ਹੈ, ਉਸ ਉਹਨਾਂ ਨੂੰ ਵੇਚ ਦੇਣਾ ਹੈ, ਤੇ ਮੂੰਹੋਂ ਮੰਗ ਕੇ ਕਦੇ ਵੀ ਦਹੇਜ ਲੈਣ ਦੀ ਜਿਹੜੀ ਗੱਲ ਹੈ ਉਹ ਨਹੀਂ ਕਰਨੀ। ਫਸਤਾ ਭਾਵ ਕਿ ਫਾਹਾ, ਜ਼ੁਲਮ ਯਾਨੀ ਕਿ ਜਿਹੜਾ ਅਤਿਆਚਾਰ ਕੀਤਾ ਜਾਂਦਾ ਲੋਕਾਂ ਦੇ ਉੱਤੇ। ਤੇ ਹੁਣ ਇੱਥੇ ਕੀ ਕਹਿੰਦੇ ਨੇ ਕਿ ਫਸਤਾ ਜ਼ੁਲਮ ਦਾ ਵੱਢਣਾ ਹੈ ਜਿਸ ਨੇ, ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਐਸਾ ਰੂਪ ਸਿੰਗਾਰਿਆ ਖਾਲਸੇ ਦਾ, ਭਾਵ ਕਿ ਮੈਂ ਐਸਾ ਖਾਲਸੇ ਦਾ ਰੂਪ ਤਿਆਰ ਕੀਤਾ ਹੈ ਜਿਸ ਨੇ ਕੀ ਕਰਨਾ ਹੈ, ਜ਼ੁਲਮ ਕਰਨ ਵਾਲਿਆਂ ਦੀ ਫਾਹੀ ਜਿਹੜੀ ਹੈ ਉਹ ਵੱਢ ਦੇਣੀ ਹੈ, ਭਾਵ ਕਿ ਜ਼ੁਲਮ ਕਰਨ ਵਾਲਿਆਂ ਦਾ ਨਾਸ਼ ਕਰ ਦੇਣਾ ਹੈ। ਸ਼ਰਮ ਧਰਮ ਵਾਲਾ, ਚੰਗੇ ਕਰਮ ਵਾਲਾ। ਸ਼ਰਮ ਇੱਥੇ ਸ਼ਬਦ ਹੈ ਸ਼ਰਮ, ਭਾਵ ਕਿ ਮਿਹਨਤ ਕਰਨ ਵਾਲਾ। ਸ਼ਰਮ ਧਰਮ ਵਾਲਾ ਯਾਨੀ ਕਿ ਮਿਹਨਤ ਕਰਨ ਵਾਲਾ ਧਰਮੀ ਵਿਅਕਤੀ, ਐਸਾ ਮਨੁੱਖ ਜਿਹੜਾ ਕੀ ਕਰਦਾ ਹੈ, ਸ਼ਰਮ ਕਰਦਾ, ਮਿਹਨਤ ਕਰਕੇ ਆਪਣੇ ਧਰਮ ਦੇ ਅਨੁਸਾਰ ਕਿਰਤ ਕਰਦਾ ਹੈ। ਚੰਗੇ ਕਰਮ ਵਾਲਾ ਤੇ ਚੰਗੇ ਕੰਮ ਕਰਨ ਵਾਲਾ। ਮੈਂ ਨਵਾਂ ਰੰਗ ਨਿਖਾਰਿਆ ਖਾਲਸੇ ਦਾ, ਤੇ ਕੀ ਕਹਿੰਦਾ ਕਿ ਮੈਂ ਇਹੋ ਜਿਹੇ ਚੰਗੇ ਕੰਮਾਂ ਵਾਲਾ ਜਿਹੜਾ ਇੱਕ ਖਾਲਸੇ ਦਾ ਰੂਪ ਤਿਆਰ ਕੀਤਾ ਹੈ, ਜਿਹੜਾ ਕੀ ਕਰੇਗਾ, ਸੰਸਾਰ ਦੇ ਉੱਤੇ ਹੋ ਰਹੇ ਜ਼ੁਲਮਾਂ ਦਾ ਨਾਸ਼ ਕਰ ਦੇਵੇਗਾ। ਪੰਜੇ ਬਾਣੀਆਂ ਦੇ ਨਾਲ ਨਿਵਾਜਿਆ ਮੈਂ, ਪੰਜੇ ਦੇ ਕੇ ਕਕਾਰ ਅੱਜ ਖਾਲਸੇ ਨੂੰ। ਤੇ ਕੀ ਕਹਿੰਦੇ ਨੇ ਕਿ ਪੰਜ ਬਾਣੀਆਂ ਯਾਨੀ ਕਿ ਪੰਜਾਂ ਬਾਣੀਆਂ ਦਾ ਪਾਠ ਜਿਹੜਾ ਹੈ ਉਹ ਨਿਤਨੇਮ ਦੇ ਅੰਦਰ ਜਿਹੜਾ ਆਉਂਦਾ ਹੈ, ਉਹਦੇ ਵਿੱਚ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਕੀਰਤਨ ਸੋਲਾ, ਰਹਿਰਾਸ, ਇਹ ਜਿਹੜਾ ਗੁਰਬਾਣੀ ਹੈ ਇਹਦੇ ਬਾਰੇ ਕੀ ਕਹਿੰਦੇ ਨੇ ਕਿ ਮੈਂ ਇਹ ਪੰਜ ਬਾਣੀਆਂ ਦੇ ਕੇ ਖਾਲਸੇ ਨੂੰ ਨਿਵਾਜਿਆ ਹੈ। ਪੰਜੇ ਦੇ ਕੇ ਕਕਾਰ ਅੱਜ ਖਾਲਸੇ ਨੂੰ, ਤੇ ਖਾਲਸੇ ਨੂੰ ਨਾਲ ਹੀ ਪੰਜ ਕਕਾਰ ਦਿੱਤੇ ਹਨ। ਕਿਹੜਾ ਕਿਹੜਾ? ਕੰਗਾ, ਕੜਾ, ਕਛਹਿਰਾ, ਕੇਸ ਤੇ ਕਿਰਪਾਨ। ਬਾਣੀ ਬਾਣੇ ਤੇ ਯੁੱਧ ਦੀ ਪਾਣ ਚਾੜੀ, ਤੇ ਕੀ ਕਹਿੰਦੇ ਨੇ ਕਿ ਜਿੱਥੇ ਮੈਂ ਖਾਲਸੇ ਨੂੰ ਬਾਣੀ ਦਿੱਤੀ ਹੈ ਉੱਥੇ ਹੀ ਬਾਣਾ ਦਿੱਤਾ ਹੈ, ਅਤੇ ਉਸ ਨੂੰ ਯੁੱਧ ਦੇ ਅੰਦਰ ਲੜਨ ਵਾਲੇ ਇਹੋ ਜਿਹੀ ਪਾਨ ਚੜ੍ਹਾ ਦਿੱਤੀ ਹੈ, ਇਹੋ ਜਿਹੀ ਗੁੜਤੀ ਦੇ ਦਿੱਤੀ ਹੈ, ਦੇ ਕੇ ਰਜਵਾਂ ਪਿਆਰ ਅੱਜ ਖਾਲਸੇ ਨੂੰ, ਤੇ ਮੈਂ ਉਸ ਨੂੰ ਆਪਣਾ ਰਜਵਾਂ ਪਿਆਰ ਵੀ ਦੇ ਦਿੱਤਾ ਹੈ, ਭਾਵ ਕਿ ਸਾਰਾ ਪਿਆਰ ਮੈਂ ਖਾਲਸੇ ਦੇ ਉੱਤੋਂ ਹੀ ਨਿਸ਼ਾਵਰ ਕਰ ਦਿੱਤਾ ਹੈ। ਟੱਕਰ ਲਓ ਜੋ ਜ਼ੁਲਮ ਦੇ ਨਾਲ ਸੂਰਾ, ਤੇ ਕੀ ਕਹਿੰਦੇ ਨੇ ਕਿ ਜਿਹੜਾ ਸੂਰਾ ਭਾਵ ਕਿ ਸੂਰਮਾ ਜ਼ੁਲਮ ਦੇ ਵਿਰੁੱਧ ਟੱਕਰ ਲਵੇਗਾ ਯੁੱਧਾਂ ਵਿੱਚ, ਮੈਂ ਉਸ ਦਾ ਸਾਥ ਦੇਣਾ। ਕਿਹਦੇ ਖਿਲਾਫ ਜਿਹੜਾ ਹੋਏਗਾ? ਜ਼ੁਲਮ ਦੇ ਖਿਲਾਫ ਹੋਏਗਾ, ਮੈਂ ਉਸ ਦਾ ਹੀ ਸਾਥ ਦੇਵਾਂਗਾ। ਲਾਲੋ ਦਲਿਤ ਗਰੀਬਾਂ ਦਾ ਸਾਥ ਦੇ ਕੇ, ਤੇ ਕੀ ਕਹਿੰਦੇ ਨੇ ਕਿ ਕਿਰਤ ਕਰਨ ਵਾਲੇ ਐਸੇ ਲਾਲੋ ਯਾਨੀ ਕਿ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਅੰਦਰ ਜਿਹੜੇ ਭਾਈ ਲਾਲੋ ਜਿਹੜੇ ਕੀ ਸਨ? ਕਿਰਤੀ ਸਨ। ਇਹੋ ਜਿਹੇ ਕਿਰਤੀ ਬੰਦਿਆਂ ਦਾ ਸਾਥ ਦੇ ਕੇ, ਦਲਿਤ ਯਾਨੀ ਕਿ ਜਿਹੜੇ ਦੱਬੇ ਕੁਚਲੇ ਲੋਕ ਹਨ, ਗਰੀਬਾਂ ਦਾ ਸਾਥ ਦੇ ਕੇ, ਜ਼ਾਲਮ ਭੁੱਪਾਂ, ਜ਼ਾਲਮ ਭਾਵ ਕਿ ਜ਼ੁਲਮ ਕਰਨ ਵਾਲੇ, ਭੁੱਪਾਂ ਯਾਨੀ ਕਿ ਰਾਜੇ, ਭਾਵ ਕਿ ਜਿਹੜੇ ਰਾਜੇ ਯਾਨੀ ਕਿ ਅਮੀਰ ਲੋਕ ਕੀ ਕਰ ਰਹੇ ਹਨ? ਇਹਨਾਂ ਦਲਿਤ ਲੋਕਾਂ ਨੂੰ ਯਾਨੀ ਕਿ ਕਿਰਤੀਆਂ ਨੂੰ ਦਬਾਉਣ ਦਾ ਕੋਸ਼ਿਸ਼ ਕਰਦੇ ਹਨ, ਉਹਨਾਂ ਦਾ ਹੱਕ ਖਾ ਜਾਂਦੇ ਹਨ, ਨੂੰ ਹਰ ਪਲ ਮਾਤ ਦੇਣੀ। ਤੇ ਖਾਲਸਾ ਇਹ ਕੀ ਕਰੇਗਾ? ਇਹਨਾਂ ਲੋਕਾਂ ਦੀ ਰੱਖਿਆ ਕਰੇਗਾ,
ਅਤੇ ਜ਼ੁਲਮ ਕਰਨ ਵਾਲਿਆਂ ਨੂੰ ਹਰ ਸਮੇਂ ਮਾਤ ਦੇਣ ਦੀ ਹੀ ਕੋਸ਼ਿਸ਼ ਕਰੇਗਾ। ਇੱਕੋ ਬਾਟੇ ਵਿੱਚ ਅੰਮ੍ਰਿਤ ਤੁਸੀਂ ਛਕਿਆ ਤੇ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਿਆ, ਰਹੀ ਜਾਤ ਨਾ ਪਾਤ ਅੱਜ ਖਾਲਸੇ ਦੀ। ਇੱਥੇ ਗੁਰੂ ਸਾਹਿਬ ਕੀ ਕਹਿੰਦੇ ਹਨ ਕਿ ਤੁਹਾਨੂੰ ਸਿੱਖ ਨੂੰ ਸੰਬੋਧਿਤ ਕਰਦੇ ਹੋਏ, ਯਾਨੀ ਕਿ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਕਿ ਤੁਹਾਨੂੰ ਅੱਜ ਇੱਕੋ ਹੀ ਬਾਟੇ ਦੇ ਵਿੱਚੋਂ ਅੰਮ੍ਰਿਤ ਛਕਾ ਦਿੱਤਾ ਹੈ, ਜਿਸ ਕਾਰਨ ਅੱਜ ਖਾਲਸੇ ਦੀ ਕੋਈ ਵੀ ਜਾਤ ਪਾਤ ਭਾਵ ਕਿ ਊਚ ਨੀਚ ਦਾ ਜਿਹੜਾ ਭੇਦਭਾਵ ਸੀ, ਛੂਤ ਛਾਤ ਦਾ ਜਿਹੜਾ ਭੇਦਭਾਵ ਸੀ, ਸਾਰਾ ਦੂਰ ਹੋ ਗਿਆ ਹੈ। ਇੱਕੋ ਰੂਪ ਸਰੂਪ ਅਤੇ ਧਰਮ ਇੱਕੋ। ਅੱਜ ਤੋਂ ਤੁਹਾਡਾ ਰੂਪ ਵੀ ਇੱਕੋ ਹੈ, ਸਰੂਪ ਵੀ ਇੱਕੋ ਹੈ ਅਤੇ ਧਰਮ ਵੀ ਇੱਕੋ ਹੈ। ਸਾਂਝੀ ਵਾਲਤਾ ਦਾਤ ਅੱਜ ਖਾਲਸੇ ਦੀ। ਤੇ ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਮੈਂ ਅੱਜ ਤੁਹਾਨੂੰ ਇੱਕ ਸਾਂਝੀ ਵਾਲਤਾ ਦਾ ਜਿਹੜਾ ਉਪਦੇਸ਼ ਹੈ ਉਹ ਦੇ ਕੇ ਜਾ ਰਿਹਾ ਹਾਂ। ਮੁਨਕਰ ਜਦੋਂ ਖਾਲਸਾ ਅਸੂਲਾਂ ਤੋਂ ਪੰਥ ਹੋਇਆ, ਤੇ ਇੱਥੇ ਗੁਰੂ ਸਾਹਿਬ ਕੀ ਕਹਿੰਦੇ ਨੇ, ਮੈਂ ਨਹੀਂ ਸਾਥ ਹੋਣਾ ਇਹ ਸਮਝ ਲੈਣਾ। ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਮੁਨਕਰ ਹੋ ਗਿਆ, ਯਾਨੀ ਕਿ ਜਦੋਂ ਮੁੱਕਰ ਗਿਆ, ਕਿ ਜਦੋਂ ਵੀ ਖਾਲਸਾ ਜਿਹੜਾ ਹੈ ਉਹ ਆਪਣੇ ਅਸੂਲਾਂ ਤੋਂ ਉਲਟ ਚੱਲਣਾ ਸ਼ੁਰੂ ਕਰ ਦਿੱਤਾ, ਭਾਵ ਕਿ ਉਹਨੇ ਆਪਣੇ ਅਸੂਲਾਂ ਤੋਂ ਮੁਨਕਰ ਹੋ ਗਿਆ, ਉਸ ਤੋਂ ਬਾਅਦ ਕਦੇ ਵੀ ਮੈਂ ਤੁਹਾਡੇ ਨਾਲ ਨਹੀਂ ਹੋਣਾ। ਭਾਵ ਕਿ ਤੁਸੀਂ ਯੁੱਧ ਕਰਦੇ ਹੋ, ਲੇਕਿਨ ਜਦੋਂ ਤੁਸੀਂ ਗਰੀਬਾਂ ਜਾਂ ਦਲਿਤਾਂ ਜਾਂ ਦੱਬੇ ਕੁਚਲੇ ਲੋਕਾਂ ਨੂੰ ਛੱਡ ਕੇ ਭੁੱਪਾਂ ਭਾਵ ਕਿ ਰਾਜਿਆਂ ਦਾ ਕੇਵਲ ਸਾਥ ਦਿਓ ਅਤੇ ਆਪਣੇ ਅਸੂਲਾਂ ਤੋਂ ਮੁਨਕਰ ਹੋ ਜਾਓ, ਤਾਂ ਮੈਂ ਤੁਹਾਡੇ ਨਾਲ ਨਹੀਂ ਹੋਵਾਂਗਾ। ਮੇਰੀ ਹੋਂਦ ਹੈ ਸਿਧਾਂਤ ਦੇ ਸੱਚ ਅੰਦਰ। ਤੇ ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਮੇਰੀ ਹੋਂਦ ਕੇਵਲ ਜਿਹੜਾ ਤੁਹਾਨੂੰ ਸੱਚ ਦਾ ਸਿਧਾਂਤ ਦਿੱਤਾ ਗਿਆ ਹੈ ਉਸ ਅੰਦਰ ਹੀ ਹੈ। ਲੱਭਣਾ ਹੋਊ ਇਹਨਾਂ ਚੋਂ ਰਮਜ਼ ਲੈਣਾ। ਤੇ ਕੀ ਕਹਿੰਦੇ ਨੇ ਕਿ ਜੇ ਤੁਸੀਂ ਮੈਨੂੰ ਲੱਭਣਾ ਚਾਹੁੰਦੇ ਹੋ ਤਾਂ ਮੇਰੇ ਭੇਦ ਨੂੰ ਤੁਸੀਂ ਇਸ ਦੇ ਰਮਜ਼ ਦਾ ਅਰਥ ਹੁੰਦਾ ਹੈ ਭੇਦ। ਰਮਜ਼ ਸ਼ਬਦ ਦਾ ਅਰਥ ਕੀ ਹੈ? ਭੇਦ। ਕਿ ਜੇ ਤੁਸੀਂ ਮੈਨੂੰ ਲੱਭਣਾ ਚਾਹੁੰਦੇ ਹੋ ਤਾਂ ਮੇਰੇ ਭੇਦ ਨੂੰ ਇਸੇ ਸਿਧਾਂਤ ਦੇ ਅੰਦਰੋਂ, ਇਹਨਾਂ ਅਸੂਲਾਂ ਦੇ ਅੰਦਰੋਂ ਹੀ ਦੇਖ ਸਕਦੇ ਹੋ। ਕਿਰਤੀ ਕਾਮੇ ਤੇ ਗ੍ਰਸਤੀ ਸਦਾ ਵੱਡੇ। ਕਿਰਤੀ ਭਾਵ ਕਿ ਕੰਮ ਕਰਨ ਵਾਲੇ, ਕਾਮੇ ਤੇ ਗ੍ਰਸਤੀ ਯਾਨੀ ਕਿ ਗ੍ਰਸਤ ਜੀਵਨ ਬਤੀਤ ਕਰਨ ਵਾਲਾ। ਕੀ ਕਹਿੰਦੇ ਹਨ ਗੁਰੂ ਸਾਹਿਬ ਕਿ ਇਹ ਤਿੰਨੇ ਹਮੇਸ਼ਾ ਵੱਡੇ ਹੀ ਹਨ, ਇਹਨਾਂ ਵਿੱਚ ਹੀ ਕਰਤਾ ਕਰਤਾਰ ਵਸਦਾ। ਤੇ ਕੀ ਕਹਿੰਦੇ ਕਿ ਇਹਨਾਂ ਅੰਦਰ ਹੀ ਰਚਨਹਾਰ ਉਹ ਪਰਮਾਤਮਾ ਆਪ ਨਿਵਾਸ ਕਰਦਾ ਹੈ। ਕਿਰਤ ਕਰਤਾ ਰੂਪ ਕਰਤਾਰ ਬਣਦੀ, ਕਿਰਤ ਵਿੱਚ ਸ੍ਰਿਸ਼ਟੀ ਦਾ ਪਿਆਰ ਵਸਦਾ। ਤੇ ਕੀ ਕਹਿੰਦੇ ਹਨ, ਉਹ ਕਿਰਤ ਯਾਨੀ ਕਿ ਕੰਮ ਦੇ ਅੰਦਰ ਹੀ ਕਰਤਾਰ ਦਾ ਰੂਪ ਹੈ, ਭਾਵ ਕਿ ਉਹ ਪਰਮੇਸ਼ਵਰ ਦਾ ਰੂਪ, ਉਹ ਪਰਮਾਤਮਾ ਜਿਹੜਾ ਹੈ ਕਰਤਾ ਆਪ ਕਿਰਤ ਦੇ ਅੰਦਰ ਹੀ ਵਸਦਾ ਹੈ, ਉਸ ਕੰਮ ਦੇ ਅੰਦਰ ਹੀ ਵਸਦਾ ਹੈ। ਕਿਰਤ ਵਿੱਚ ਸ੍ਰਿਸ਼ਟੀ ਦਾ ਪਿਆਰ ਵਸਦਾ। ਤੇ ਕੀ ਕਹਿੰਦੇ ਹਨ, ਜਿਹੜਾ ਕਿਰਤ ਹੈ ਭਾਵ ਕਿ ਦਸਾਂ ਨੋਹਾਂ ਦੀ ਜਿਹੜੀ ਕਮਾਈ ਹੈ ਜਾਂ ਜਿਹੜੀ ਕਿਰਤ ਕਰਨੀ ਹੈ, ਉਸ ਦੇ ਅੰਦਰ ਹੀ ਇਹ ਸਾਰੀ ਦੁਨੀਆ ਦਾ, ਇਹ ਸਾਰੀ ਸ੍ਰਿਸ਼ਟੀ ਦਾ, ਇਹ ਸਾਰੇ ਸੰਸਾਰ ਦਾ ਪਿਆਰ ਜਿਹੜਾ ਹੈ ਉਹ ਹੱਸਦਾ ਹੈ। ਯਾਨੀ ਕਿ ਖੁਸ਼ੀ ਮਹਿਸੂਸ ਹੁੰਦੀ ਹੈ, ਖੁਸ਼ੀ ਮਿਲਦੀ ਹੈ ਕਿਸ ਦੇ ਅੰਦਰ? ਕੰਮ ਕਰਨ ਦੇ ਅੰਦਰ ਹੀ, ਕਿਰਤ ਕਰਨ ਦੇ ਅੰਦਰ ਹੀ। ਭਗਤੀ ਨਾਮ ਦੇ ਵਿੱਚੋਂ ਹੁਣ ਮਿਲੂ ਸ਼ਕਤੀ। ਇੱਥੇ ਗੁਰੂ ਸਾਹਿਬ ਕੀ ਕਹਿੰਦੇ ਹਨ ਕਿ ਜਦੋਂ ਤੁਸੀਂ ਉਸ ਪਰਮੇਸ਼ਵਰ ਦਾ ਨਾਮ ਜਾਪ ਕਰੋਗੇ, ਜਦੋਂ ਉਹਦੀ ਭਗਤੀ ਕਰੋਗੇ, ਉਸ ਦੇ ਅੰਦਰੋਂ ਹੀ ਤੁਹਾਨੂੰ ਅਦੁੱਤੀ ਸ਼ਕਤੀ ਜਿਹੜੀ ਹੈ ਉਹ ਪ੍ਰਾਪਤ ਹੋਊਗੀ। ਦਿਵ ਹੌਸਲਾ ਨਵਾਂ ਕਿਰਪਾਨ ਮੇਰੀ। ਤੇ ਕੀ ਕਹਿੰਦੇ ਹਨ ਕਿ ਜਿਹੜੀ ਮੇਰੀ ਬਖਸ਼ੀ ਹੋਈ ਕਿਰਪਾਨ ਹੈ ਉਹ ਤੁਹਾਨੂੰ ਇੱਕ ਨਵਾਂ ਹੌਸਲਾ ਜਿਹੜਾ ਹੈ ਉਹ ਦਿੰਦੀ ਰਹੇਗੀ। ਲੇਖੇ ਧਰਮ ਦੇ ਸਭੇ ਮੈਂ ਲਾ ਦੇਣੇ। ਤੇ ਕੀ ਕਹਿੰਦੇ ਹਨ ਕਿ ਮੈਂ ਅੱਜ ਆਪਣਾ ਸਾਰਾ ਕੁਝ ਇਸ ਧਰਮ ਦੇ ਉੱਤੋਂ ਹੀ ਨਿਸ਼ਾਵਰ ਕਰ ਦੇਣਾ ਹੈ। ਸਾਰਾ ਘਰ ਪਰਿਵਾਰ ਤੇ ਜਾਨ ਮੇਰੀ। ਕੀ ਕੁਝ? ਭਾਵੇਂ ਮੇਰਾ ਘਰ ਹੈ ਜਾਂ ਪਰਿਵਾਰ ਹੈ ਜਾਂ ਮੇਰੀ ਜਾਨ ਹੈ, ਮੈਂ ਸਾਰਾ ਕੁਝ ਇਸ ਖਾਲਸੇ ਦੇ ਉੱਤੋਂ, ਇਸ ਧਰਮ ਦੇ ਉੱਤੋਂ ਹੀ ਕੁਰਬਾਨ ਕਰ ਦੇਣਾ ਹੈ। ਸਾਰੇ ਧਰਮਾਂ ਦੇ ਚੰਗੇ ਜੋ ਤਰਕ ਲੈ ਕੇ। ਤੇ ਗੁਰੂ ਸਾਹਿਬ ਕੀ ਕਹਿੰਦੇ ਹਨ ਕਿ ਮੈਂ ਸਾਰੇ ਧਰਮਾਂ ਦੇ ਵਿੱਚੋਂ ਚੰਗੇ ਜਿਹੜੇ ਤਰਕ ਸਨ, ਚੰਗੀਆਂ ਗੱਲਾਂ ਸਨ, ਜਿਹੜੀਆਂ ਚੰਗੇ ਵਿਚਾਰ ਸਨ, ਜਿਹੜੀਆਂ ਚੰਗੀਆਂ ਦਲੀਲਾਂ ਸਨ, ਉਹ ਲੈ ਕੇ ਮਹਿਲ ਸਿੱਖੀ ਦਾ ਅਸੀਂ ਉਸਾਰਿਆ ਹੈ। ਤੇ ਕੀ ਕਹਿੰਦੇ ਨੇ ਕਿ ਮੈਂ ਇਸ ਸਿੱਖੀ ਦਾ ਮਹਿਲ ਜਿਹੜਾ ਹੈ
ਉਹ ਉਸਾਰਿਆ ਹੈ, ਭਾਵ ਕਿ ਸਿਰਜਣਾ ਕੀਤੀ ਹੈ ਕਿਹਦੀ? ਸਿੱਖ ਧਰਮ ਦੀ। ਮੀਰੀ ਪੀਰੀ ਦੇ ਨਵੇਂ ਵਿੱਚ ਰੰਗ ਭਰ ਕੇ। ਮੀਰੀ ਦਾ ਅਰਥ ਹੈ ਅਮੀਰੀ, ਭਾਵ ਕਿ ਰਾਜਸੀ ਸ਼ਕਤੀ, ਭਾਵ ਕਿ ਬਾਦਸ਼ਾਹੀ। ਪੀਰੀ ਫਕੀਰੀ, ਭਾਵ ਕਿ ਇੱਕ ਜਿਹਨੂੰ ਆਪਾਂ ਧਰਮ ਗੁਰੂ ਵੀ ਕਹਿ ਸਕਦੇ ਹਾਂ। ਪੀਰੀ ਦਾ ਅਰਥ ਕੀ ਹੈ? ਧਰਮ ਗੁਰੂ। ਅਤੇ ਮੀਰੀ ਦਾ ਅਰਥ ਹੈ ਬਾਦਸ਼ਾਹੀ ਜਾਂ ਰਾਜਸੀ ਸ਼ਕਤੀ ਦੇ ਨਵੇਂ ਵਿੱਚ ਰੰਗ ਭਰ ਕੇ, ਯਾਨੀ ਕਿ ਇਹਨਾਂ ਦੋਹਾਂ ਰੰਗਾਂ ਨੂੰ ਹੀ ਖਾਲਸੇ ਦੇ ਅੰਦਰ ਭਰ ਕੇ ਅੱਜ ਮੈਂ ਖਾਲਸਾ ਨਵਾਂ ਉਭਾਰਿਆ ਹੈ, ਭਾਵ ਕਿ ਇੱਕ ਨਵੇਂ ਪ੍ਰਕਾਰ ਦਾ ਜਿਹੜਾ ਖਾਲਸਾ ਭਾਵ ਕਿ ਸਿੱਖ ਧਰਮ ਹੈ ਉਹਦੀ ਉਸਾਰੀ ਕੀਤੀ ਹੈ। ਝੋਲੀ ਪਾਇਆ ਮੈਂ ਖਾਲਸਾ ਪੰਥ ਤੁਹਾਡੀ। ਤੇ ਸਿੱਖਾਂ ਨੂੰ ਇੱਥੇ ਉਪਦੇਸ਼ ਦਿੰਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਅੱਜ ਤੁਹਾਡੀ ਝੋਲੀ ਦੇ ਅੰਦਰ ਇਹ ਖਾਲਸਾ ਪੰਥ ਜਿਹੜਾ ਹੈ ਪਾ ਦਿੱਤਾ ਹੈ। ਇਹਦੀ ਖਾਲਸਾ ਦੀ ਸਾਂਭ ਸੰਭਾਲ ਕਰਨੀ, ਤੇ ਤੁਸੀਂ ਕੀ ਕਰਨਾ ਹੈ? ਇਹਦੀ ਸਾਂਭ ਸੰਭਾਲ ਤੁਸੀਂ ਆਪ ਹੀ ਕਰਨੀ ਹੈ। ਇਸ ਦੀ ਸੋਚ ਵਿੱਚ ਸਜਰੇ ਫੁੱਲ ਧਰਨੇ। ਤੇ ਕੀ ਕਹਿੰਦੇ ਹਨ? ਇਹਦੀ ਸੋਚ ਦੇ ਅੰਦਰ, ਭਾਵ ਕਿ ਜਿਹੜੀ ਖਾਲਸਾ ਪੰਥ ਦੀ ਸੋਚ ਹੈ ਉਹਦੇ ਅੰਦਰ ਤੁਸੀਂ ਹਮੇਸ਼ਾ ਨਵੇਂ ਵਿਚਾਰ ਜਿਹੜੇ ਹਨ ਉਹ ਰੱਖਣੇ ਹਨ। ਇਹਦੇ ਬਦਨ ਵਿੱਚ ਸੁੱਚੀ ਖੁਸ਼ਬੂ ਭਰਨੀ, ਜਿਸ ਕਾਰਨ ਇਸ ਦੇ ਬਦਨ ਦੇ ਅੰਦਰ, ਭਾਵ ਕਿ ਖਾਲਸੇ ਦੇ ਅੰਦਰ ਜਿਹੜੀ ਨਵੀਂ ਖੁਸ਼ਬੂ ਹੈ ਉਹ ਪੈਦਾ ਹੁੰਦੀ ਰਹੇ। ਤਾਂ ਇਹ ਸੀ ਪਵਨ ਹਰਚੰਦਪੁਰੀ ਦੀ ਲਿਖੀ ਹੋਈ ਕਵਿਤਾ ਗੁਰੂ ਉਪਦੇਸ਼, ਜਿਹੜੇ ਉਹਨਾਂ ਦੀ ਰਚਨਾ ਮਹਾਕਾਵ ਜਨਮ ਇੱਕ ਖਾਲਸਾ ਇਤਿਹਾਸ ਦੀ ਵਿਲੱਖਣ ਦਸਤਾਵੇਜ਼ ਵਿੱਚੋਂ ਲਈ ਗਈ ਹੈ। ਤਾਂ ਹੁਣ ਆਪਾਂ ਇਹਦੇ ਪ੍ਰਸ਼ਨ ਉੱਤਰ ਕਰੀਏ ਇੱਕ ਵਾਰ, ਕਿਉਂਕਿ ਵੀਡੀਓ ਜਿਹੜੀ ਹੈ ਲੰਬੀ ਹੋ ਜਾਏਗੀ। 10 ਗੁਰੂਆਂ ਨੇ ਕਿਹੜੀ ਜੋਤ ਬਾਲੀ ਹੈ? ਕਾਹਦੀ ਜੋਤ ਬਾਲੀ ਹੈ? ਸਿੱਖੀ ਦੀ ਜੋਤ। ਕਿਹੜੀ ਜੋਤ ਬਾਲੀ ਹੈ? ਸਿੱਖੀ ਦੀ ਜੋਤ ਬਾਲੀ ਹੈ। ਕਿਸਨੇ ਬਾਲੀ ਹੈ? ਗੁਰੂ 10 ਗੁਰੂਆਂ ਨੇ। ਧਰਮ ਦੀ ਸਾਂਝ ਕਿਸ ਨਾਲ ਹੈ? ਦੇਖੋ ਉੱਤੇ, ਰਹਿਮ ਕਰਮ ਤੇ ਧਰਮ ਦੀ ਸਾਂਝ ਗੂੜੀ। ਤੇ ਰਹਿਮ ਅਤੇ ਕਰਮ ਦੇ ਨਾਲ ਹੀ ਧਰਮ ਦੀ ਸਾਂਝ ਹੈ। ਸੋਚ ਉੱਤੇ ਕੀ ਭਾਰੂ ਨਹੀਂ ਹੋਣ ਦੇਣਾ? ਗੁੱਸਾ। ਗੁੱਸਾ ਕਦੇ ਵੀ ਸੋਚ ਦੇ ਉੱਤੇ ਭਾਰੂ ਨਹੀਂ ਹੋਣ ਦੇਣਾ। ਆਪਣੀ ਕਿਰਤ ਵਿੱਚੋਂ ਕੀ ਕੱਢਣਾ ਹੈ? ਦਸਵੰਧ ਕੱਢਣਾ ਹੈ, ਭਾਵ ਕਿ 10ਵਾਂ ਹਿੱਸਾ। ਕਿਸ ਦੀ ਰਾਖੀ ਕਰਨੀ ਚਾਹੀਦੀ ਹੈ? ਗਊ, ਗਰੀਬ ਅਤੇ ਔਰਤ ਦੀ ਹਮੇਸ਼ਾ ਰਾਖੀ ਕਰਨੀ ਚਾਹੀਦੀ ਹੈ। ਖਾਲਸੇ ਦਾ ਰੂਪ ਕਿਸ ਤਰ੍ਹਾਂ ਦਾ ਸ਼ਿੰਗਾਰਿਆ ਗਿਆ ਹੈ? ਆਪਾਂ ਇੱਥੇ ਪੜਿਆ, ਫਸਤਾ ਜ਼ੁਲਮ ਦਾ ਵੱਢਣਾ ਹੈ ਜਿਸ ਨੇ ਐਸਾ ਰੂਪ ਸ਼ਿੰਗਾਰਿਆ ਖਾਲਸੇ ਦਾ। ਯਾਨੀ ਕਿ ਜ਼ੁਲਮ ਦਾ ਫਸਤਾ, ਯਾਨੀ ਕਿ ਫਾਹਾ ਵੱਢਣ ਵਾਲਾ ਰੂਪ ਜਿਹੜਾ ਹੈ ਉਹ ਖਾਲਸੇ ਦਾ ਸ਼ਿੰਗਾਰਿਆ ਗਿਆ ਹੈ। ਖਾਲਸੇ ਦਾ ਰੂਪ ਕਿਸ ਤਰ੍ਹਾਂ ਸ਼ਿੰਗਾਰਿਆ ਗਿਆ ਹੈ? ਸ਼ਕਤੀ ਕਿਸ ਵਿੱਚੋਂ ਮਿਲ ਸਕਦੀ ਹੈ? ਕਿਸ ਵਿੱਚੋਂ ਮਿਲੇਗੀ? ਭਗਤੀ ਅੰਦਰੋਂ ਵਿੱਚੋਂ ਹੀ ਜਿਹੜੀ ਸ਼ਕਤੀ ਹੈ ਉਹ ਮਿਲ ਸਕਦੀ ਹੈ। ਮੀਰੀ ਪੀਰੀ ਤੋਂ ਕੀ ਭਾਵ ਹੈ? ਮੀਰੀ ਤੋਂ ਭਾਵ ਹੈ ਬਾਦਸ਼ਾਹੀ ਜਾਂ ਰਾਜਸੀ ਸ਼ਕਤੀ, ਅਤੇ ਪੀਰੀ ਤੋਂ ਭਾਵ ਹੈ ਫਕੀਰੀ ਜਾਂ ਧਰਮ ਗੁਰੂ। ਤੇ ਇਹ ਦੋਵੇਂ ਹੀ ਚੀਜ਼ਾਂ ਦੇ ਕੇ, ਇਹ ਦੋਵੇਂ ਹੀ ਰੰਗ ਦੇ ਕੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਇਸੇ ਪ੍ਰਕਾਰ ਉਹਨਾਂ ਨੇ ਸੰਤ ਸਿਪਾਹੀ, ਯਾਨੀ ਕਿ ਸੰਤ ਭਾਵ ਕਿ ਭਗਤੀ ਕਰਨ ਵਾਲਾ, ਅਤੇ ਸਿਪਾਹੀ ਭਾਵ ਕਿ ਯੁੱਧ ਕਰਨ ਵਾਲਾ, ਇਸ ਸੰਸਾਰ ਦੇ ਉੱਤੇ ਧਰਮ ਜਿਹੜਾ ਹੈ ਉਹ ਚਲਾ ਦਿੱਤਾ। ਗਊ ਗਰੀਬ ਤੇ ਔਰਤ ਦੀ ਕਰੋ ਰਾਖੀ, ਜ਼ਬਰ ਜ਼ੁਲਮ ਦੇ ਕਦੀ ਨਹੀਂ ਰਾਹ ਪੈਣਾ, ਲਾਲਚ ਵਿੱਚ ਆ ਧੀਆਂ ਵੇਚਣਾ, ਨਾ ਮੂੰਹੋਂ ਮੰਗ ਕੇ ਕਦੇ ਨਹੀਂ ਦਾਜ ਲੈਣਾ। ਇਹਨਾਂ ਇਹਦੇ ਪਹਿਰੇ ਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਕਿਸ ਦੀ ਰਾਖੀ ਕਰਨੀ ਚਾਹੀਦੀ ਹੈ? ਗਊ ਗਰੀਬ ਅਤੇ ਔਰਤ ਦੀ। ਅੱਗੇ ਕਿਹੜੇ ਰਾਹ ਨਹੀਂ ਪੈਣਾ ਚਾਹੀਦਾ? ਜ਼ਬਰ ਅਤੇ ਜ਼ੁਲਮ ਦੇ ਰਾਹ 'ਤੇ। ਲਾਲਚ ਵਿੱਚ ਆ ਕੇ ਕੀ ਨਹੀਂ ਕਰਨਾ? ਲਾਲਚ ਵਿੱਚ ਆ ਧੀਆਂ ਵੇਚਣਾ ਨਾ। ਮੂੰਹੋਂ ਕੀ ਨਹੀਂ ਮੰਗਣਾ ਚਾਹੀਦਾ? ਦਹੇਜ ਭਾਵ ਕਿ ਦਾਜ ਜਿਹੜਾ ਕਦੇ ਵੀ ਮੂੰਹੋਂ ਨਹੀਂ ਮੰਗਣਾ ਚਾਹੀਦਾ। ਤਾਂ ਅੱਗੇ ਦੀ ਪ੍ਰਸੰਗ ਸਹਿਤ ਵਿਆਖਿਆ ਆਪਾਂ ਉੱਪਰ ਕਰ ਚੁੱਕੇ ਹਾਂ, 2 ਵਾਰ ਪ੍ਰਸੰਗ ਸਹਿਤ ਵਿਆਖਿਆ ਕਰ ਲਈ ਹੈ ਤੇ ਟਾਈਮ ਜ਼ਿਆਦਾ ਹੋ ਰਿਹਾ ਵੀਡੀਓ ਦਾ। ਹੁਣ ਇੱਥੇ ਵਿਰੋਧੀ ਸ਼ਬਦ ਬਣਾਉਣੇ ਆ। ਧਰਮ, ਧਰਮ ਦਾ ਕੀ ਬਣੇਗਾ? ਐ ਧਰਮ ਯਾਨੀ ਕਿ ਜ਼ੁਲਮ। ਰਹਿਮ ਨੀਵਾਂ
ਉੱਚਾ, ਮੰਦੇ ਚੰਗੇ, ਵੇਚਣਾ ਖਰੀਦਣਾ, ਗਰੀਬ ਅਮੀਰ, ਖੁਸ਼ਬੂ ਬਦਬੂ, ਸਜਰੇ ਬਹੇ, ਰਹਿਮ ਬੇਰਹਿਮ। ਠੀਕ ਹੈ ਜੀ। ਇਸ ਤੋਂ ਅੱਗੇ ਹੈ ਸਹੀ ਜੋੜ ਬਣਾਉਣੇ ਹੈ। ਖਾਲਸਾ ਪੰਥ ਦੀ ਸਥਾਪਨਾ ਕਦੋਂ ਹੋਈ? 1699 ਈਸਵੀ, ਵਿਸਾਖੀ ਵਾਲੇ ਦਿਨ ਹੋਈ ਸੀ। ਚਿਰਾਗ ਹਮੇਸ਼ਾ ਕੀ ਕੀਤਾ ਜਾਂਦਾ ਹੈ? ਬਾਲਣਾ। ਮੀਰੀ ਪੀਰੀ ਦੀ ਗੁੜਤੀ ਕਿਹਨਾਂ ਦਿੱਤੀ ਸੀ? ਗੁਰੂ ਹਰਗੋਬਿੰਦ ਸਾਹਿਬ ਜੀ ਨੇ 2 ਕਿਰਪਾਨਾਂ ਪਾਈਆਂ ਸਨ, ਮੀਰੀ ਅਤੇ ਪੀਰੀ ਦੀ। ਦਸਵੰਧ ਭਾਵ ਕਿ ਕਮਾਈ ਦਾ 10ਵਾਂ ਹਿੱਸਾ। ਤਾਂ ਇਸ ਦੇ ਨਾਲ ਹੀ ਤੁਹਾਡਾ ਜਿਹੜਾ ਲੈਸਨ ਹੈ ਕੰਪਲੀਟ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਕੰਪਲੀਟ ਕਰ ਲਓਗੇ। ਧੰਨਵਾਦ।